ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਦੀ ਕਿਹਾ ਜਾ ਰਿਹਾ ਅਸੀਂ ਜਗਤਾਰ ਸਿੰਘ ਹਵਾਰੇ ਦਾ ਪੁਤਲਾ ਸਾੜਾਂਗੇ, ਕਦੀ ਕਿਹਾ ਜਾ ਰਿਹਾ ਅਸੀਂ ਖਾਲਿਸਤਾਨ ਮੁਰਦਾਬਾਦ ਇੱਥੇ ਮਾਰਚ ਪਟਿਆਲੇ ਦੀ ਧਰਤੀ ਤੇ ਵੱਖ-ਵੱਖ ਜ਼ਿਲ੍ਹਿਆਂ 'ਚ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇ। ਜਿੰਨਾ ਚਿਰ ਖਾਲਸੇ ਪੰਥ ਦੀ ਰਗਾਂ 'ਚ ਖੂਨ ਚੱਲਦਾ, ਸਾਡੇ ਰਗਾਂ 'ਚ ਖੂਨ ਚੱਲਦਾ ਏ। ਇਹੋ ਜਿਹੀਆਂ ਖੌਫਤੀ ਸਿੱਖ ਸੈਨਾ ਦੀਆਂ ਕਦੀ ਵੀ ਕੋਸ਼ਿਸ਼ਾਂ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ। ਇੱਥੋਂ ਦੇ ਫਿਰੋਜ਼ਪੁਰ ਦੇ ਜਿਹੜੇ ਸ਼ਿਵ ਸੈਨਾ ਦੇ ਅਖੌਤੀ ਆਗੂ ਨੇ ਜਿਹੜੇ ਬਿਆਨ ਦਿੱਤਾ ਪਰਸੋਂ ਚੌਥ, ਮੈਂ ਉਹਨੂੰ ਵੀ ਚੈਲੰਜ ਕਰਦਾ ਆ ਕਿ ਆਹ ਫਿਰੋਜ਼ਪੁਰ ਦੀ ਧਰਤੀ ਤੇ ਸਤਨਾਮ ਸਿੰਘ ਖਲੋਤਾ, ਇੱਥੇ ਜਥੇਬੰਦੀਆਂ ਖਲੋਤੀਆਂ ਆ, ਆਓ ਤੁਸੀਂ ਆਪ ਦਾ ਕੱਟ ਕਰਕੇ ਟਾਈਮ ਰੱਖ ਕੇ ਜਦੋਂ ਮਰਜ਼ੀ ਆਓ। ਚੇਤਨ ਕੱਕੜ ਸੀਗਾ, ਉਹਨੇ ਪੋਸਟ ਪਾਈ ਕਿ ਮੈਂ 25 ਤਰੀਕ ਨੂੰ ਭੰਡਾਰੀ ਪੁਲ ਦੇ ਉੱਤੇ ਮੈਂ ਪੁਤਲਾ ਫੂਕਾਂਗਾ, ਮੈਂ ਉਹ ਕਰਾਂਗਾ। ਬਾਅਦ ਵਿੱਚ 5 ਮਿੰਟਾਂ ਬਾਅਦ ਹੀ ਉਹ ਮਾਫੀ ਵੀ ਮੰਗਿਆ, ਪੋਸਟ ਵੀ ਡਿਲੀਟ ਕੀਤੀ। ਤੇ ਆਪਾਂ ਪਹਿਲਾਂ ਹੀ ਇਹਨਾਂ ਨੂੰ ਕਹਿੰਦੇ ਕਿ ਜੇ ਤੁਹਾਡੇ ਤਿਲਾਂ ਦੇ ਵਿੱਚ ਤੇਲ ਨਹੀਂ ਹੁੰਦੀ ਤੇ ਏਡੀ ਵੱਡੀ ਸਟੇਟਮੈਂਟ ਤੁਹਾਨੂੰ ਦੇਣੀ ਨਹੀਂ ਚਾਹੀਦੀ। ਵਾਹਿਗੁਰੂ। ਕੀ ਨਾਮ ਜੀ ਤੁਹਾਡਾ? ਲਖਵੀਰ ਸਿੰਘ ਮਾਲਮ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਰਪ੍ਰਸਤ ਪੰਜਾਬ। ਭਾਈ ਸਾਹਿਬ ਦਫ਼ਤਰ ਡੀਸੀ ਦਫ਼ਤਰ ਦੇ ਬਾਹਰ ਇਕੱਠਾ ਹੋਏ ਹੋ, ਕੀ ਕਾਰਨ ਹੈ ਇਕੱਠਾ ਹੋਣ ਦਾ? ਡੀਸੀ ਦਫ਼ਤਰ ਤੇ ਇਕੱਠਾ ਹੋਣ ਦਾ ਕਾਰਨ ਸਾਰੀਆਂ ਫਿਰੋਜ਼ਪੁਰ ਦੀਆਂ ਸਿੱਖ ਜਥੇਬੰਦੀਆਂ ਦਾ ਇਹ ਬਣਿਆ ਜੋ ਕਿ ਪਿਛਲੇ ਦਿਨੀ ਕੁਝ ਸਿੱਖ ਸੈਨਾ ਆਗੂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਦੀ ਕਿਹਾ ਜਾ ਰਿਹਾ ਅਸੀਂ ਜਗਤਾਰ ਸਿੰਘ ਹਵਾਰੇ ਦਾ ਪੁਤਲਾ ਸਾੜਾਂਗੇ, ਕਦੀ ਕਿਹਾ ਜਾ ਰਿਹਾ ਅਸੀਂ ਖਾਲਿਸਤਾਨ ਮੁਰਦਾਬਾਦ ਇੱਥੇ ਮਾਰਚ ਪਟਿਆਲੇ ਦੀ ਧਰਤੀ ਤੇ ਵੱਖ-ਵੱਖ ਜ਼ਿਲ੍ਹਿਆਂ 'ਚ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇ। ਅੱਜ ਅਸੀਂ ਪੰਜਾਬ ਸਰਕਾਰ ਔਰ ਪੰਜਾਬ ਦੇ ਪੁਲਿਸ ਪ੍ਰਸ਼ਾਸਨ, ਡੀਸੀ ਦਫ਼ਤਰ, ਸਿਵਲ ਪ੍ਰਸ਼ਾਸਨ ਨੂੰ ਦੱਸਣ ਵਾਸਤੇ ਆਏ ਆ ਜੋ ਕਿ ਉਹਨਾਂ 29 ਤਰੀਕ ਦੀ ਕਾਲ ਦਿੱਤੀ ਆ ਵੀ ਅਸੀਂ ਇੱਥੇ ਪੰਜਾਬ ਦੀ ਧਰਤੀ ਤੇ ਜਗਤਾਰ ਸਿੰਘ ਹਵਾਰਾ ਤੇ ਹੋਰ ਸਿੱਖ ਆਗੂਆਂ ਦੇ ਪੁਤਲੇ ਸਾੜਾਂਗੇ। ਤੇ ਦੂਸਰੀ ਗੱਲ ਵੀ ਅਸੀਂ ਖਾਲਿਸਤਾਨ ਮੁਰਦਾਬਾਦ ਦੇ ਇੱਥੇ ਮਾਰਚ ਕੱਢਾਂਗੇ ਪੰਜਾਬ ਦੀ ਧਰਤੀ ਤੇ। ਜਿੰਨਾ ਚਿਰ ਖਾਲਸੇ ਪੰਥ ਦੀ ਰਗਾਂ 'ਚ ਖੂਨ ਚੱਲਦਾ, ਸਾਡੇ ਰਗਾਂ 'ਚ ਖੂਨ ਚੱਲਦਾ ਏ। ਇਹੋ ਜਿਹੀਆਂ ਖੌਫਤੀ ਸਿੱਖ ਸੈਨਾ ਦੀਆਂ ਕਦੀ ਵੀ ਕੋਸ਼ਿਸ਼ਾਂ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ। ਅਸੀਂ ਅੱਜ ਪ੍ਰਸ਼ਾਸਨ ਨੂੰ ਕਹਿਣ ਵਾਸਤੇ ਆਏ ਆ, ਇੱਥੋਂ ਦੇ ਨੁਮਾਇੰਦਿਆਂ ਨੂੰ, ਦੁਨੀਆ ਨੂੰ ਦੱਸਣਾ ਚਾਹੁੰਦੇ ਆ ਸਾਡੇ ਵੱਡਿਆਂ ਨੇ ਰਾਜ ਕੀਤਾ ਇਸ ਧਰਤੀ ਤੇ। ਬੰਦਾ ਸਿੰਘ ਬਹਾਦਰ ਨੇ, ਜਿਨ੍ਹਾਂ ਇਸ ਦੇਸ਼ ਨੇ ਲੋਕਾਂ ਨੂੰ ਕਿਸਾਨ ਬਣਾਇਆ ਮੁਜ਼ਾਹਰਿਆਂ ਤੋਂ, ਉਹਦਾ ਰਾਜ ਰਿਹਾ ਪੰਜਾਬ ਦੀ ਧਰਤੀ ਤੇ। ਸਰਹੰਦ ਫਤਿਹ ਕੀਤੀ ਕਿਸੇ ਦਿਨ, ਜਥੇਦਾਰ ਬਘੇਲ ਸਿੰਘ ਨੇ ਰਾਜ ਕੀਤਾ, ਦਿੱਲੀ ਦੀ ਫਤਿਹ ਕੀਤੀ ਆ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ 40 ਸਾਲ ਦਾ ਰਾਜ ਪੰਜਾਬ ਦੀ ਧਰਤੀ ਤੇ ਰਿਹਾ ਏ। ਉਹ ਕੋਈ ਬੰਦਾ ਹੋਊਗਾ ਕੈਨੇਡਾ ਦੀ ਧਰਤੀ ਤੇ ਬੈਠਾ, ਕੋਈ ਇਹਨਾਂ ਨੂੰ ਦੁਸ਼ਮਣੀ ਹੋਊਗੀ ਇਹਨਾਂ ਦੀ ਸ਼ਿਵ ਸੈਨਾ ਦੇ, ਉਹਦੇ ਨਾਲ ਗੱਲ ਕਰ ਸਕਦੇ ਆ। ਇਸ ਪੰਜਾਬ ਦੀ ਧਰਤੀ ਤੇ ਅਸੀਂ ਕਦੀ ਵੀ ਖਾਲਿਸਤਾਨ ਮੁਰਦਾਬਾਦ ਦਾ ਇੱਥੇ ਮਾਰਚ ਨਹੀਂ ਕੱਢਣ ਦਿਆਂਗੇ ਜਿੰਨਾ ਚਿਰ ਸਾਡੀਆਂ ਰਗਾਂ 'ਚ ਖੂਨ ਚੱਲਦਾ ਕਲਗੀਧਰ ਪਾਤਸ਼ਾਹ ਦਾ। ਤੇ ਪ੍ਰਸ਼ਾਸਨ ਨੂੰ ਇਹ ਗੱਲ ਦੱਸਣ ਵਾਸਤੇ ਆਏ ਆ, ਡੀਸੀ ਫਿਰੋਜ਼ਪੁਰ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਹੋਰ ਸਿਵਲ ਪ੍ਰਸ਼ਾਸਨ, ਡੀਜੀਪੀ ਪੰਜਾਬ ਨੂੰ, ਜੇ ਕੋਈ ਸ਼ਿਵ ਸੈਨਾ ਨੇ ਇੱਥੇ ਸ਼ਰਾਰਤ ਕੀਤੀ ਤੇ ਉਹਦੀ ਜ਼ਿੰਮੇਵਾਰੀ ਇੱਥੋਂ ਦੇ ਪੰਜਾਬ ਸਰਕਾਰ ਦੀ ਤੇ ਸਿਵਲ ਪ੍ਰਸ਼ਾਸਨ ਦੀ ਹੋਵੇਗੀ। ਜੇ ਕੱਲ ਨੂੰ ਕੋਈ ਮਾਹੌਲ ਖਰਾਬ ਹੁੰਦਾ ਹੈ ਤੇ ਇੱਥੇ ਅਸੀਂ ਪਿੱਛੇ ਨਹੀਂ ਹਟਾਂਗੇ ਕਦੀ ਵੀ। ਸਾਨੂੰ ਕਤਰਾ ਖੂਨ ਦਾ ਡੋਲਣਾ ਪਏ, ਅਸੀਂ ਡੋਲਣ ਨੂੰ ਤਿਆਰ ਬੈਠੇ ਆ। ਇਹ ਸਾਰਿਆਂ ਜਥੇਬੰਦੀਆਂ ਦੇ ਮੁਖੀ ਅੱਜ 2-2, 3-3, 4-4 ਬੰਦੇ ਆਏ ਨੇ ਗੱਲ ਕਰਨ ਵਾਸਤੇ, ਪ੍ਰਸ਼ਾਸਨ ਨੂੰ ਦੱਸਣ ਵਾਸਤੇ। ਇੰਟਰਨੈਸ਼ਨਲ ਪੰਥਕ ਦਲ ਦੇ ਬਾਬਾ ਸਤਨਾਮ ਸਿੰਘ ਵੱਲੀਆਂ ਨਾਲ ਸਿੰਘ ਲੈ ਕੇ ਆਏ ਨੇ। ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਭਾਈ ਜਸਪਾਲ ਸਿੰਘ ਆਏ ਨੇ। ਇੱਕ ਨੂਰ ਖਾਲਸਾ ਫੌਜ ਦਾ ਜ਼ਿਲ੍ਹਾ ਪ੍ਰਧਾਨ ਭਾਈ ਹਿੰਮਤ ਸਿੰਘ ਸ਼ਕੂਰ, ਲਖਵੀਰ ਸਿੰਘ ਮਾਲਮ ਨੂੰ ਆਏ, ਇੱਕ ਨੂਰ ਵੱਲੋਂ ਆਏ ਜਥੇਬੰਦੀ ਲੈ ਕੇ ਆਏ ਨੇ। ਹੋਰ ਆਪਣੇ ਕਲਗੀਧਰ ਅੰਮ੍ਰਿਤ ਸੰਚਾਰ ਜਥੇ ਦੇ ਮੁਖੀ ਭਾਈ ਬਲਕਾਰ ਸਿੰਘ ਜੀ ਪਹੁੰਚੇ ਨੇ, ਹਰਪਾਲ ਸਿੰਘ ਮਹੂ ਪਹੁੰਚਿਆ ਏ, ਹੋਰ ਕੌਮ ਦੇ ਵੱਖ-ਵੱਖ ਨੁਮਾਇੰਦੇ ਪਹੁੰਚੇ ਨੇ। ਇੱਕ ਸਰਕਾਰ ਨੂੰ ਮੰਗ ਪੱਤਰ ਦੇਣ ਵਾਸਤੇ ਪਹੁੰਚੇ ਆ। ਜੇ ਇਹਨਾਂ ਹਰਕਤਾਂ ਤੋਂ ਬਾਜ਼ ਆਏ, ਮੈਂ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਸਿੱਖ ਵੀਰਾਂ ਨੂੰ ਅਪੀਲ ਕਰਾਂਗਾ, ਵੀਰੋ ਜਦੋਂ ਕੌਮ ਕਾਲ ਦੇਵੇ ਆਪੋ ਆਪਦੇ ਜ਼ਿਲ੍ਹਿਆਂ 'ਚ, ਆਪੋ ਆਪਦੇ ਹਲਕਿਆਂ 'ਚ ਤਿਆਰੀ ਰੱਖਿਆ ਜੇ। ਜੇ ਸਰਕਾਰ ਨੇ ਨਾ ਠੱਲ ਪਏਗੀ ਤੇ ਖਾਲਸਾ ਆਪਦੀਆਂ ਰੀਤਾਂ ਅਨੁਸਾਰ ਇਹਨੂੰ ਠੱਲ ਪਾਵੇਗਾ। ਮੈਂ ਲਗਾਤਾਰ ਅਗਰ ਦੇਖਿਆ ਜਾਵੇ ਤਾਂ ਸਿੱਖ ਸੈਨਾ ਵੱਲੋਂ ਅਜਿਹੇ ਬਿਆਨਬਾਜ਼ੀ ਜਿਹੜੇ ਦਿੱਤੇ ਜਾ ਰਹੇ ਆ, ਸਰਕਾਰ ਵੱਲੋਂ ਸਰਕਾਰ ਤੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਇਹਨਾਂ ਤੇ ਰੋਕ ਲਗਾਈ ਜਾਵੇ। ਸਰਕਾਰਾਂ ਕਿਉਂ ਨਹੀਂ ਧਿਆਨ ਦੇ? ਵੇਖੋ, ਉਹ ਤਾਂ ਸਰਕਾਰਾਂ ਦਾ ਫੈਸਲਾ ਕਰਨਾ ਹੈ ਵੀ ਜੋ ਕੋਈ ਸਰਕਾਰ ਬਦਲੀ ਹੈ ਪੰਜਾਬ ਵਿੱਚ,
ਜਿਹੜੀਆਂ ਨੀਤਾਂ ਨਾਲ ਭਾਜਪਾ ਕਹਿੰਦੀ ਸੀ ਹੋਣੀ ਚਾਹੀਦੀ ਆ। ਇੱਕ ਪਾਸੇ ਕਹਿਣ ਹਿੰਦੂ ਰਾਸ਼ਟਰ, ਅਸੀਂ ਕਿਹੜਾ 30 ਸਾਲ ਦਾ ਸੁਪਨਾ ਸੀ ਸਾਡਾ 12 ਸਾਲਾਂ 'ਚ 10 'ਚ ਪੂਰਾ ਹੋਣ ਵਾਲਾ ਹੈ। ਮੋਹਨ ਭਾਗਵਤ ਬਿਆਨ ਦੇਵੇ ਤੇ ਕਦੀ ਇਹਨੂੰ ਖੰਡ ਭਾਰਤ ਬਣਾਉਣ ਦੀ ਕੋਸ਼ਿਸ਼ ਕਰੇ, ਉਹਦੇ ਤੇ ਕੋਈ ਪਰਚਾ ਦਰਜ ਨਹੀਂ। ਜੇ ਕੋਈ ਸਿੱਖ ਗੱਲ ਕਰਦੇ ਆਪਣੇ ਕਹਿੰਦਾ ਰਾਜ ਕੀਤਾ ਦੁਨੀਆ ਤੇ, ਜਿਨ੍ਹਾਂ ਦੀਆਂ ਟਕੇ ਨੂੰ ਗਜਨੀ ਦੇ ਮੰਡੀਆਂ 'ਚ ਵਿਕਦੀਆਂ ਸੀ, ਉਹ ਖਾਲਸੇ ਪੰਥ ਨੇ 2200 ਲੜਕੀਆਂ ਹਿੰਦੂਆਂ ਦੀਆਂ ਚੜਾ ਕੇ ਲਿਆਂਦੀਆਂ ਤੇ ਕਹਿੰਦੇ ਬਾਜੂ ਸਾਨੂੰ ਬਦਾਲੀ ਨੇ ਸਾਡਾ 40,000 ਸਿੰਘ 3 ਦਿਨਾਂ ਵਿੱਚ ਸ਼ਹੀਦ ਕੀਤਾ। ਅਸੀਂ ਆਪਣਾ ਖੂਨ ਡੋਲ ਕੇ ਇਸ ਦੇਸ਼ ਨੂੰ ਬਚਾਇਆ ਹੈ। ਜੇ ਸਾਨੂੰ ਲੰਡੀ ਬੁੱਚੀ ਉੱਠ ਕੇ ਸਾਨੂੰ ਚੈਲੰਜ ਕਰੇਗੀ ਤਾਂ ਅਸੀਂ ਕਦੀ ਕਿਸੇ ਦਾ ਚੈਲੰਜ ਸਹਾਂਗੇ ਨਹੀਂ ਵੀਰੋ। ਹੁਣ ਮੈਂ ਬਾਕੀ ਸਿੰਘਾਂ ਨੂੰ ਬੇਨਤੀ ਕਰਾਂਗਾ, ਆਪੋ ਆਪਦੇ ਵਿਚਾਰ ਸਾਰੇ ਰੱਖੋ ਤੇ ਕਿਹੜਾ 29 ਨੇ ਇਹਨਾਂ ਦੀ ਕਾਲ ਆ, ਤੇ ਜੇ ਇਹਨਾਂ ਕੋਈ ਸ਼ਰਾਰਤ ਕੀਤੀ ਤਾਂ ਸਾਰੇ ਵੀਰੋ ਆਪੋ ਜਥੇਬੰਦੀਆਂ ਤਿਆਰ ਰੱਖਿਆ ਜੇ, ਕਿਹੜੇ ਪਾਸੇ ਨੂੰ ਜਾਣਾ ਪਏ ਆਪਾਂ ਚੱਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤਾਰ ਸਿੰਘ ਹਵਾਰਾ ਜੀ ਜਿਹੜੇ ਸਾਡੀ ਕੌਮ ਦੇ ਜਥੇਦਾਰ ਨੇ, ਉਹਨਾਂ ਦੇ ਪੁਤਲੇ ਸਾੜਾਂਗੇ ਅਸੀਂ 29 ਤਰੀਕ ਨੂੰ। ਇੱਕ ਪਟਿਆਲੇ ਦੇ ਵਿੱਚ ਮਾਰਚ ਕੱਢਿਆ ਜਾਊਗਾ ਖਾਲਿਸਤਾਨ ਮੁਰਦਾਬਾਦ ਦੇ ਨਾਂ ਨਾਲ। ਔਰ ਸਾਡੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਬਾਰੇ ਵੀ ਗਲਤ ਸ਼ਬਦਾਵਲੀ ਉਹ ਵਰਤ ਰਹੇ ਸੀਗੇ। ਸੋ ਇਸ ਕਰਕੇ ਅੱਜ ਸਾਰੀ ਕੌਮ ਦੇ ਸਾਡੀ ਜਥੇਦਾਰ ਜਿੰਨੇ ਵੀ ਫਿਰੋਜ਼ਪੁਰ ਦੀਆਂ ਜਥੇਬੰਦੀਆਂ ਨੇ, ਉਹ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਹੋਵੇ, ਮਹਿਤੇ ਫੈਡਰੇਸ਼ਨ ਵਾਲੇ ਹੋਣ, ਸਾਰੇ ਜਿੰਨੇ ਵੀ ਹੈਗੇ ਸੀਗੇ ਇੱਥੇ ਇਕੱਠੇ ਇਸ ਕਰਕੇ ਹੋਏ ਸੀਗੇ ਕਿ ਡੀਸੀ ਨੂੰ ਮੰਗ ਪੱਤਰ ਦੇਣ ਆਏ ਆ ਕਿ ਜੇ ਇਸ ਚੀਜ਼ ਦਾ ਕੋਈ ਜ਼ਿੰਮੇਵਾਰ ਹੈਗਾ, ਕੱਲ ਨੂੰ ਜੋ ਵੀ ਘਟਨਾ ਜੇ ਵਾਪਰਦੀ ਅਣਸੁਖਾਵੀ, ਤੇ ਉਹਦਾ ਜਿਹੜਾ ਜ਼ਿੰਮੇਵਾਰ ਸਿੱਧਾ ਇਹ ਸਾਡੀ ਸਰਕਾਰ ਹੋਊਗੀ ਤੇ ਜਿਹੜਾ ਸੀ ਆਪਣਾ ਪ੍ਰਸ਼ਾਸਨ ਉਹ ਹੋਊਗਾ ਜ਼ਿੰਮੇਵਾਰ। ਕਿ ਆਪਾਂ ਵੇਖ ਰਹੇ ਹਾਂ ਕਿ 10-15 ਦਿਨਾਂ ਤੋਂ ਜਿਹੜੀ ਸਿਕਿਉਰਿਟੀ ਦਾ ਮੈਟਰ ਬੜਾ ਚੱਲਿਆ ਹੋਇਆਗਾ ਕਿ ਜਿਹੜਾ ਭਗਵੰਤ ਮਾਨ ਨੇ ਉਹ ਸਿਕਿਉਰਿਟੀਆਂ ਲੀਡਰਾਂ ਦੀਆਂ ਵੀ ਵਾਪਸ ਲੈ ਰਹੇ, ਧਾਰਮਿਕ ਆਗੂਆਂ ਦੀਆਂ ਵੀ ਵਾਪਸ ਲੈ ਰਹੇ ਨੇ, ਜਥੇਦਾਰਾਂ ਦੀਆਂ ਵੀ ਕੱਲ ਵੇਖਿਆ ਹੋਣਾ ਤੁਸੀਂ ਵਾਪਸ ਲਈਆਂ ਨੇ। ਪਰ ਸਾਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਕਿ ਇਹ ਜਿਹੜੀ ਇਹਨਾਂ ਦੀਆਂ ਸਿਕਿਉਰਿਟੀਆਂ ਕਿਉਂ ਨਹੀਂ ਵਾਪਸ ਲੈਂਦੀ ਸਰਕਾਰ। ਇਹ ਸੂਰੀ ਦੀ ਗੱਲ ਕਰੀਏ, ਕੱਕੜ ਜਾਂ ਇੱਕ ਦੋ ਗੰਦ ਨੇ ਜਿਹੜੇ ਸਮੇਂ ਸਿਰ ਸਾਡੀ ਕੌਮ ਬਾਰੇ ਗਲਤ ਬਕਵਾਸਬਾਜ਼ੀ ਵੀ ਕਰਦੇ ਆ। ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਇਹਨਾਂ ਦੀਆਂ ਸਿਕਿਉਰਿਟੀਆਂ ਵਾਪਸ ਲਈਆਂ ਜਾਣ ਤਾਂ ਜੋ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਸ਼ਾਂਤ ਹੋਵੇ, ਕਿਉਂਕਿ ਅੱਗ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ। ਜਦੋਂ 6 ਜੂਨ ਨੇੜੇ ਆਉਂਦੀ ਆ, ਇਹਨਾਂ ਵੱਲੋਂ ਜਿਹੜੀ ਬਕਵਾਸਬਾਜੀ ਆ ਉਹ ਤੇਜ਼ ਕਰ ਦਿੱਤੀ ਜਾਂਦੀ ਹੈ ਔਰ ਜਿਹੜਾ ਆਪਣਾ ਮਾਹੌਲ ਹੈ ਉਹ ਵਿਗੜਨ ਦੀ ਕਿਤੇ ਨਾ ਕਿਤੇ ਸੰਭਾਵਨਾ ਵੱਧ ਜਾਂਦੀ ਹੈ। ਕਾਰਨ ਕੀ ਸਮਝਦੇ ਹੋ, ਕਿਉਂ ਅਜਿਹੀਆਂ ਬਿਆਨਬਾਜ਼ੀਆਂ ਲਗਾਤਾਰ ਦਿੱਤੀਆਂ? ਇਹ ਸਰਕਾਰੀ ਦਲਾਲ ਹੁੰਦੇ ਆ ਜੀ। ਇਹ ਸਰਕਾਰੀ ਦਲਾਲ ਜਿਹੜੇ ਹੁੰਦੇ ਉਹਨਾਂ ਦਾ ਕੰਮ ਹੀ ਇਹ ਹੁੰਦਾ ਕਿ ਆਪ ਇਹਨਾਂ ਨੇ ਜਿਹੜੇ ਭੜਕਾਊ ਭਾਸ਼ਣ ਦੇ ਕੇ ਤੇ ਆਪ ਇਹਨਾਂ ਨੇ ਬਹਿ ਜਾਣਾਗਾ, ਮੁੜ ਕੇ ਘਰਾਂ ਦੇ ਵਿੱਚ ਬੰਦ ਹੋ ਕੇ। ਜਦੋਂ ਵੇਖਿਆ ਪਿਛਲੇ ਦਿਨੀ ਵੀ ਇੱਕ ਕੱਕੜ ਜਾਂ ਚੇਤਨ ਕੱਕੜ ਸੀਗਾ, ਉਹਨੇ ਪੋਸਟ ਪਾਈ ਕਿ ਮੈਂ 25 ਤਰੀਕ ਨੂੰ ਭੰਡਾਰੀ ਪੁਲ ਦੇ ਉੱਤੇ ਮੈਂ ਪੁਤਲਾ ਫੂਕਾਂਗਾ, ਮੈਂ ਉਹ ਕਰਾਂਗਾ। ਬਾਅਦ ਵਿੱਚ 5 ਮਿੰਟਾਂ ਬਾਅਦ ਹੀ ਉਹ ਮਾਫੀ ਵੀ ਮੰਗਿਆ, ਪੋਸਟ ਵੀ ਡਿਲੀਟ ਕੀਤੀ। ਜੇ ਆਪਾਂ ਪਹਿਲਾਂ ਹੀ ਇਹਨਾਂ ਨੂੰ ਕਹਿੰਦੇ ਕਿ ਜੇ ਤੁਹਾਡੇ ਤਿਲਾਂ ਦੇ ਵਿੱਚ ਤੇਲ ਨਹੀਂ ਹੁੰਦੀ ਤੇ ਐਡੀ ਵੱਡੀ ਸਟੇਟਮੈਂਟ ਤੁਹਾਨੂੰ ਦੇਣੀ ਨਹੀਂ ਚਾਹੀਦੀ। ਜੇ ਤੁਸੀਂ ਇੰਨੀ ਸਟੇਟਮੈਂਟ ਦਿੰਦੇ ਹੋ ਉਹਦੇ ਤੇ ਕਾਇਮ ਵੀ ਰਿਹਾ ਕਰੋ ਤਾਂ ਜੋ ਆਪਣੀ ਸਾਰੀ ਤੁਸੀਂ ਨੱਕ ਵਢਾਉਣੇ ਮੁੜ ਕੇ ਆਪਣੀ ਕੌਮ ਦਾ ਕਿ ਲੈ ਵੀ ਅਸੀਂ ਪਹਿਲਾਂ ਆ ਗੱਲ ਸਟੈਪ ਚੱਕਦੇ ਆ ਤੇ ਮੁੜ ਕੇ ਬੈਕ ਫੁੱਟ ਤੇ ਵੀ ਭੱਜਦੇ ਜਲਦੀ। ਅਗਰ 29 ਅਪ੍ਰੈਲ ਨੂੰ ਮਾਰਚ ਕੱਢਦੇ ਆ ਤਾਂ ਤੁਸੀਂ ਕੀ ਰਣਨੀਤੀ ਬਣਾਈ ਹੈ ਅਗਲੀ ਵਾਰ? ਸਾਡਾ ਅੱਜ ਦਾ ਮੰਤਵ ਇਹੀ ਹੈ ਜੀ ਕਿ ਜੇ ਇਹ 29 ਤਰੀਕ ਨੂੰ ਅਸੀਂ ਮੈਮੋਰੰਡਮ ਇਸੇ ਕਰਕੇ ਦਿੱਤਾ ਕਿ ਜੇ 29 ਤਰੀਕ ਨੂੰ ਇਹਨਾਂ ਨੇ ਮਾਰਚ ਕੱਢਿਆ, ਅਸੀਂ ਕੋਈ ਖਾਲਿਸਤਾਨ ਦੇ ਕੋਈ ਹੱਕ ਦੇ ਵਿੱਚ ਨਹੀਂ ਗਏ, ਨਾ ਹੀ ਅਸੀਂ ਚਾਹੁੰਦੇ ਹਾਂ। ਪਰ ਜੇ ਇਹਨਾਂ ਨੇ ਕੱਢਿਆ 30 ਤਰੀਕ ਨੂੰ ਬੜਾ ਵੱਡਾ ਪ੍ਰੋਗਰਾਮ ਉਲੀਕ ਕੇ ਅਸੀਂ ਖਾਲਿਸਤਾਨ ਜਿੰਦਾਬਾਦ ਦਾ ਮਾਰਚ ਕੱਢਾਂਗੇ, ਇਹਨਾਂ ਦੇ ਸਾਹਮਣੇ ਕੱਢਾਂਗੇ, ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ। ਕੁਝ ਲੋਕਾਂ ਦਾ ਇਹ ਵੀ ਕਹਿਣਾ ਅਗਰ ਤੁਸੀਂ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੋ ਫਿਰ ਤੁਹਾਨੂੰ ਇਸ ਦਾ ਇਤਰਾਜ਼ ਕਿਉਂ ਹੈ? ਬਾਈ ਜੀ ਸਾਡੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਖਾਲਸਾ ਰਾਜ, ਇਹਨਾਂ ਲੋਕਾਂ ਨੂੰ ਖਾਲਿਸਤਾਨ ਦਾ ਮਤਲਬ ਹੀ ਨਹੀਂ ਪਤਾ। ਨਾ ਤਾਂ ਸਾਡੇ ਵਾਲੇ ਸਮਝਾਉਣ 'ਚ ਮਤਲਬ ਕਿ ਹੈਗੇ ਨੇ ਸਮਰੱਥ, ਔਰ ਨਾ ਹੀ ਇਹਨਾਂ ਨੂੰ ਪਤਾ। ਖਾਲਸ ਦਾ ਮਤਲਬ ਹੁੰਦਾ ਸ਼ੁੱਧ, ਖਾਲਿਸਤਾਨ ਦਾ ਮਤਲਬ ਹੁੰਦਾ ਕਿ ਸ਼ੁੱਧ ਦੇਸ਼ ਦੀ ਮੰਗ ਕਰਦੇ ਆ, ਮਤਲਬ ਕਿ ਜਿਹੜਾ ਸਾਡਾ ਪੰਜਾਬ ਆ ਉਹ ਸ਼ੁੱਧ ਹੋ ਜਾਊਗਾ। ਠੀਕ ਹੈ ਨਾ, ਸ਼ੁੱਧ ਜਿਹੜੀ ਕੋਈ ਚੀਜ਼ ਹੁੰਦੀ ਆ ਪਿਓਰ ਹੁੰਦੀ ਆ ਉਹਨੂੰ ਖਾਲਸ ਕਿਹਾ ਜਾਂਦਾਗਾ। ਤੇ ਜੇ ਖਾਲਿਸਤਾਨ 'ਚ ਮੰਗ ਕਰਦੇ ਆ, ਸਾਡਾ ਰਾਈਟ ਹੈ, ਠੀਕ ਹੈ ਜੀ, ਸਾਡਾ ਰਾਈਟ ਹੈ। ਫਿਰ ਜੇ ਸਾਨੂੰ ਸੁਪਰੀਮ ਕੋਰਟ ਨੇ ਹੱਕ ਦਿੱਤਾ ਹੋਇਆਗਾ ਸ਼ਾਂਤਮਈ, ਅਸੀਂ ਆਪਣੇ ਦੇਸ਼ ਦੀ ਆਪਣਾ ਜਿਹੜਾ ਅਸੀਂ ਰਾਜ ਭਾਗ ਲੈ ਕੱਲ ਭੋਗ ਕੇ ਹਟੇ ਆ, ਠੀਕ ਹੈ ਜੀ, ਉਹ ਜ਼ਿਆਦਾ ਲੰਮਾ ਸਮਾਂ ਨਹੀਂ ਹੋਇਆ। ਅਸੀਂ ਦੁਬਾਰਾ ਆਪਣੇ ਮੰਗ ਉਹ ਚਲੋ ਸਾਡੀਆਂ ਜਥੇਬੰਦੀਆਂ ਲੱਗੀਆਂ ਹੋਈਆਂ ਨੇ, ਕਾਨੂੰਨੀ ਪੱਧਰ ਤੇ ਲੱਗੀਆਂ ਹੋਈਆਂ ਨੇ, ਕਿਸੇ ਨੂੰ ਹੱਕ ਨਹੀਂ ਹੈਗਾ ਕਿ ਸਾਡੇ ਵਿੱਚ ਇੰਟਰਫੇਅਰ ਕਰਕੇ ਜਦੋਂ ਸਰਕਾਰਾਂ ਦੀਆਂ ਏਜੰਸੀਆਂ ਬੈਠੀਆਂ ਨੇ ਇਹ ਰੋਕਣ ਨਾ ਰੋਕਣ। ਫਿਰ ਸਾਡੀ ਇਹ ਮੰਗ ਹੈ ਕਿ ਇਹਨਾਂ ਨੂੰ ਤੁਸੀਂ ਆਪਣੀਆਂ ਜਿਹੜੀਆਂ ਕੁਰਸੀਆਂ ਛੱਡ ਕੇ ਇਹਨਾਂ ਨੂੰ ਬਹਾ ਦਿਓ।
ਤੇ ਜੇ ਇਹ ਜ਼ਿਆਦਾ ਹੀ ਇਹਨਾਂ ਨੂੰ ਚਮੂਣੇ ਲੜਦੇ ਆ ਤੇ ਇਹਨਾਂ ਨੂੰ ਆਪਦੀਆਂ ਕੁਰਸੀਆਂ ਦੇ ਕੇ ਤੇ ਇਹਨਾਂ ਨੂੰ ਏਜੰਸੀਆਂ ਦੇ ਵਿੱਚ ਫਿੱਟ ਕੀਤਾ ਜਾਣਾ ਚਾਹੀਦਾ। ਕੀ ਨਾਮ ਜੀ ਤੁਹਾਡਾ? ਦਾਸ ਬਾਬਾ ਸਤਨਾਮ ਸਿੰਘ ਵੱਲੀਆਂ, ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ। ਵੇਖੋ, ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ, ਤੁਹਾਡੇ ਮੀਡੀਆ ਦੇ ਰਾਹੀਂ ਵੀ ਕੀਤੀ ਹੈ ਕਿ ਹਰ ਵਾਰੀ ਜਦੋਂ ਇਹਨਾਂ ਨੂੰ ਸਿਕਿਉਰਿਟੀ ਦੀ ਘਾਟ, ਗਨਮੈਨ ਦੀ ਘਾਟ ਹੁੰਦੀ ਹੈ, ਇਹ ਸਿੱਖਾਂ ਦੇ ਨਾਲ ਹੀ, ਸਿੱਖ ਕੌਮ ਦੇ ਨਾਲ ਹੀ ਕਿਉਂ ਇਸ ਤਰ੍ਹਾਂ ਕਰਦੇ ਨੇ? ਕਿਉਂਕਿ ਜਿਹੜੇ ਸ਼ਿਵ ਸੈਨਾ ਦੇ ਕੁਝ ਅਖੌਤੀ ਆਗੂ ਨੇ ਆਪਣੇ ਨਿੱਜੀ ਮੁਤਾਬਕ ਵਾਸਤੇ ਹਰ ਵਾਰੀ ਐਸਾ ਕੰਮ ਕਰਦੇ ਨੇ ਕਿ ਸਿੱਖ ਪੰਥ ਨੂੰ, ਜਾਂ ਭਾਈ ਹਵਾਰਾ ਜੀ ਦੇ ਪੁਤਲਾ ਸਾੜਨ ਦੀ ਗੱਲ ਹੋਵੇ, ਖਾਲਿਸਤਾਨ ਮੁਰਦਾਬਾਦ ਮਾਰਚ ਦੀ ਗੱਲ ਕਰਦੇ ਹੋਣ, ਮੈਂ ਆਪਣੇ ਵੱਲੋਂ ਥੋੜੇ ਸ਼ਬਦਾਂ ਵਿੱਚ ਗੱਲ ਕਰਨੀ ਚਾਹੁੰਦਾ ਹਾਂ ਕਿ ਇੱਕ ਦਿਨ ਮੈਦਾਨ ਦੇ ਵਿੱਚ ਨਿੱਤਰਨਾ ਪਊ ਸੱਜਣੋ। ਕਿਉਂਕਿ ਹਰ ਵਾਰੀ ਇਸ ਤਰ੍ਹਾਂ ਨਹੀਂਗਾ ਕਿ ਤੁਸੀਂ ਇੱਕ ਬਿਆਨ ਦੇ ਕੇ ਤੇ ਚੂਹੇ ਦੀ ਖੁੱਡ ਵਿੱਚ ਵੜ ਜਾਣਾ, ਜਾਂ ਤਾਂ ਪਿਓ ਦੇ ਪੋਤੇ ਤੇ ਬਾਹਰ ਨਿਕਲੋ। ਸਵਾ ਲੱਖ ਨਾਲ ਇੱਕ ਲੜਾਊ ਸਾਨੂੰ ਸੱਚੇ ਪਾਤਸ਼ਾਹ ਨੇ ਤਾਕਤ ਬਖਸ਼ੀ ਆ। ਦਾਸ ਭਾਵੇਂ ਜਿਸ ਅਵਸਥਾ ਦੇ ਵਿੱਚ ਮੈਂ ਇੱਥੋਂ ਦੇ ਫਿਰੋਜ਼ਪੁਰ ਦੇ ਜਿਹੜੇ ਸ਼ਿਵ ਸੈਨਾ ਦੇ ਅਖੌਤੀ ਆਗੂ ਨੇ ਜਿਹੜੇ ਬਿਆਨ ਦਿੱਤਾ ਪਰਤੋ ਚੌਥ, ਮੈਂ ਉਹਨੂੰ ਵੀ ਚੈਲੰਜ ਕਰਦਾ ਆ ਕਿ ਆਹ ਫਿਰੋਜ਼ਪੁਰ ਦੀ ਧਰਤੀ ਤੇ ਸਤਨਾਮ ਸਿੰਘ ਖਲੋਤਾ, ਇੱਥੇ ਜਥੇਬੰਦੀਆਂ ਖਲੋਤੀਆਂ ਆ, ਆਓ ਤੁਸੀਂ ਆਪ ਦਾ ਕੱਟ ਕਰਕੇ ਟਾਈਮ ਰੱਖ ਕੇ ਜਦੋਂ ਮਰਜ਼ੀ ਆਓ। ਪਹਿਲੀ ਗੱਲ, ਅਸੀਂ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਇਹਨਾਂ ਨੂੰ ਇਹ ਟੁੱਕੜ ਬੋਝ ਜਿਹੜੇ ਨੇ, ਜਨਸਿੰਘਾਂ ਦੇ ਬੰਦੇ ਜਿਹੜੇ ਨੇ, ਇਹਨਾਂ ਨੂੰ ਨੱਥ ਪਾਵੇ ਸਰਕਾਰ। ਜੇ ਨਹੀਂ ਨੱਥ ਪਾਉਣੀ ਆਉਂਦੀ ਫਿਰ ਖਾਲਸਾ ਪੰਥ ਨੂੰ ਨੱਥ ਪਾਉਣੀ ਆਉਂਦੀ ਆ, ਅਸੀਂ ਆਪਦੇ ਹਿਸਾਬ ਨਾਲ ਫਿਰ ਨੱਥ ਪਾਵਾਂਗੇ। ਆਖਿਓ ਫਿਰ ਕੋਈ ਚੂੰ ਵੀ ਕਰ ਗਿਆ ਤੇ ਆਖਿਓ। ਬਾਕੀ ਜਿਹੜਾ ਵੀ ਕੋਈ ਮਾਹੌਲ ਖਰਾਬ ਹੁੰਦਾ ਇਸ ਮੁੱਦੇ ਤੇ, ਇਹ ਪੰਜਾਬ ਸਰਕਾਰ ਇਹਦੀ ਜ਼ਿੰਮੇਵਾਰ ਹੋਏਗੀ। ਅਸੀਂ ਇਹਦੇ ਵਾਸਤੇ ਅੱਜ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਐਸਐਸਪੀ ਫਿਰੋਜ਼ਪੁਰ ਦੋਵਾਂ ਨੂੰ ਮੰਗ ਪੱਤਰ ਦੇਵਾਂਗੇ ਕਿ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੇ ਬੇਤੁਕੇ ਬਿਆਨ ਦੇ ਰਹੇ ਨੇ, ਆਪਣੀ ਸ਼ੋਸ਼ੇਬਾਜ਼ੀ ਛੱਡਦੇ ਨੇ, ਇਹਨਾਂ ਨੂੰ ਨੱਥ ਪਾਵੇ। ਜੇ ਨਾ ਪਾਇਆ, ਜੇ ਕੋਈ ਅਣਸਖਾਵੀ ਘਟਨਾ ਹੁੰਦੀ ਤੇ ਫਿਰ ਸਰਕਾਰ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।